मॉर्निंग स्टूडेंट्स, हैप्पी इंडिपेंडेंस डे फ्रॉम माई साइड। स्टूडेंट्स, ਅੱਜ ਸਾਡਾ ਇੰਡੀਪੈਂਡੈਂਸ ਡੇ ਆ। ਅਸੀਂ ਇੰਡੀਆ ਵਿੱਚ ਬਹੁਤ ਤਰ੍ਹਾਂ ਦੇ ਲੋਕੀ ਰਹਿੰਦੇ ਨੇ। ਕਈ ਪੰਜਾਬੀ ਨੇ, ਕਈ ਮੁਸਲਿਮ ਨੇ, ਕਈ ਮਹਾਰਾਸ਼ਟਰ ਤੋਂ ਨੇ, ਕਈ ਮਰਾਠੀ ਨੇ। ਅਸੀਂ ਸਾਰੇ ਹੀ ਇੰਡੀਅਨਸ ਨੂੰ ਬਰਾਬਰ ਦੇ ਅਧਿਕਾਰ ਨੇ ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਅਧਿਕਾਰ ਤੇ ਸਾਡੀਆਂ ਜਿਹੜੀਆਂ ਡਿਊਟੀਜ਼ ਹੈਗੀਆਂ ਉਹ ਕਿਹਦੇ ਵਿੱਚ ਲਿਖੀਆਂ ਨੇ? ਕਨਸਟੀਟਿਊਸ਼ਨ ਆਫ ਇੰਡੀਆ। ਬਟ ਡੂ ਯੂ ਨੋ ਹੂ ਇਜ਼ ਦ ਫਾਦਰ ਆਫ ਕਨਸਟੀਟਿਊਸ਼ਨ ਆਫ ਇੰਡੀਆ? ਅੱਜ ਦੀ ਜਨਰਲ ਨੌਲੇਜ ਵਿੱਚ ਅਸੀਂ ਗੱਲ ਕਰਾਂਗੇ ਡਾਕਟਰ ਬੀ ਆਰ ਅੰਬੇਡਕਰ, ਹੂ ਇਜ਼ ਨੋਨ ਐਜ਼ ਦ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ। ਡਾਕਟਰ ਬੀ ਆਰ ਅੰਬੇਡਕਰ ਦਾ ਜਨਮ 1891 ਵਿੱਚ 14 ਅਪ੍ਰੈਲ ਨੂੰ ਮੱਧ ਪ੍ਰਦੇਸ਼ ਵਿੱਚ ਹੋਇਆ। ਉਹ ਆਪਣੇ ਪੇਰੈਂਟਸ ਦੇ 14ਵੇਂ ਬੱਚੇ ਸੀਗੇ। ਉਹਨਾਂ ਦੇ ਫਾਦਰ ਦਾ ਨਾਮ ਰਾਮ ਜੀ ਐਂਡ ਮਦਰ ਦਾ ਨਾਮ ਭੀਮਾ ਬਾਈ ਸੀਗੀ। ਅੰਬੇਡਕਰ ਜਿਹੜੇ ਸੀਗੇ ਬਚਪਨ ਤੋਂ ਹੀ ਬਹੁਤ ਬ੍ਰਿਲੀਅੰਟ ਸੀਗੇ। ਉਹਨਾਂ ਦੇ ਟੀਚਰ ਨੇ ਹੀ ਉਹਨਾਂ ਦਾ ਰਾਮ ਰਾਮ ਜੀ ਅੰਬੇਡਕਰ ਰੱਖਿਆ ਸੀਗਾ। ਡਾਕਟਰ ਬੀ ਆਰ ਅੰਬੇਡਕਰ ਦਾ ਵਿਆਹ 1906 ਦੇ ਵਿੱਚ ਇੱਕ 9 ਸਾਲ ਦੀ ਕੁੜੀ ਦੇ ਨਾਲ ਹੋ ਗਿਆ। ਬਟ ਵਿਆਹ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਐਜੂਕੇਸ਼ਨ ਜਾਰੀ ਰੱਖੀ। 1912 ਦੇ ਵਿੱਚ ਉਹਨਾਂ ਨੇ ਡਿਗਰੀ ਆਬਟੇਨ ਕੀਤੀ ਇਕਨੋਮਿਕਸ ਤੇ ਪੋਲ ਸਾਇੰਸ ਦੇ ਵਿੱਚ ਬੰਬੇ ਯੂਨੀਵਰਸਿਟੀ ਤੋਂ। 1913 ਦੇ ਵਿੱਚ ਫਿਰ ਯੂਨਾਈਟਿਡ ਸਟੇਟਸ ਚਲੇ ਗਏ। ਇੱਕ ਸਕਾਲਰਸ਼ਿਪ ਲੈ ਕੇ ਗਏ ਸੀ ਆਪਣੇ ਨਾਲ, ਉਹ ਬਰੋਡਾ ਸਟੇਟ ਸਕਾਲਰਸ਼ਿਪ, ਜਿਹਦੇ ਅਧੀਨ ਉਹਨਾਂ ਨੂੰ $11.50 ਇੱਕ ਮਹੀਨੇ ਦੇ ਮਿਲਦੇ ਸੀਗੇ ਫॉर 3 ਇਅਰਸ। 1915 ਦੇ ਵਿੱਚ ਡਾਕਟਰ ਅੰਬੇਡਕਰ ਨੇ ਐਮਏ ਦੇ ਐਗਜ਼ਾਮਸ ਪਾਸ ਕੀਤੇ ਸੀਗੇ ਵਿਦ ਮੇਜਰਸ ਇਨ ਇਕਨੋਮਿਕਸ। ਇਹਦਾ ਮਤਲਬ ਉਹਨਾਂ ਦਾ ਮੇਜਰ ਸਬਜੈਕਟ ਇਕਨੋਮਿਕਸ ਦਾ ਸੀਗਾ। ਹੋਰ ਵੀ ਸਬਜੈਕਟਸ ਉਹਨਾਂ ਨੇ ਰੀਡ ਕੀਤੇ ਸੀਗੇ, ਸਟੱਡੀ ਕੀਤੇ ਸੀਗੇ, ਸੋਸ਼ੀਓਲੋਜੀ, ਹਿਸਟਰੀ, ਫਿਲਾਸਫੀ ਐਂਡ ਐਂਥਰੋਪੋਲੋਜੀ। ਬੱਚੇ ਉਹਨਾਂ ਨੇ ਬਹੁਤ ਸਾਰੇ ਥੀਸਿਸ ਲਿਖੇ। ਇੱਕ ਥੀਸਿਸ ਲਿਖਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਹੈ ਤੇ ਸੋਚੋ, ਉਹਨਾਂ ਨੇ ਆਪਣੀ ਲਾਈਫ ਦੇ ਵਿੱਚ 5 ਥੀਸਿਸ ਲਿਖੇ ਨੇ। ਪਹਿਲਾ ਥੀਸਿਸ ਉਹਨਾਂ ਨੇ ਲਿਖਿਆ ਸੀਗਾ ਏਂਸ਼ੀਐਂਟ ਇੰਡੀਅਨ ਕਾਮਰਸ ਦੇ ਵਿੱਚ। ਸੈਕਿੰਡ ਥੀਸਿਸ ਉਹਨਾਂ ਨੇ 1916 ਦੇ ਵਿੱਚ ਲਿਖਿਆ ਸੀਗਾ। ਉਹਨਾਂ ਦੇ ਥੀਸਿਸ ਦੇ ਮੈਂ ਤੁਹਾਨੂੰ ਨਾਮ ਦੱਸਦੀ ਹਾਂ। 1915 ਦੇ ਵਿੱਚ ਉਹਨਾਂ ਨੇ ਪਹਿਲਾ ਥੀਸਿਸ ਲਿਖਿਆ ਸੀਗਾ ਇੰਡੀਅਨ ਕਾਮਰਸ ਦੇ ਉੱਤੇ। ਜਿਹੜਾ ਸੈਕਿੰਡ ਥੀਸਿਸ ਸੀਗਾ ਉਹਨਾਂ ਨੇ ਲਿਖਿਆ ਸੀਗਾ ਨੈਸ਼ਨਲ ਡਿਵੀਡੈਂਡ ਆਫ ਇੰਡੀਆ, ਅ ਹਿਸਟੋਰਿਕ ਐਂਡ ਐਨਾਲਿਟੀਕਲ ਸਟੱਡੀ ਉੱਤੇ। ਦੇਖੋ, ਥੀਸਿਸ ਨੰਬਰ 3 ਵੀ ਉਹਨਾਂ ਨੇ 1916 ਦੇ ਵਿੱਚ ਹੀ ਲਿਖਿਆ ਸੀਗਾ ਐਵੋਲੂਸ਼ਨ ਆਫ ਪ੍ਰੋਵਿੰਸ਼ੀਅਲ ਫਾਈਨੈਂਸ ਆਫ ਇੰਡੀਅਨ ਬ੍ਰਿਟਿਸ਼ ਇੰਡੀਆ। ਇਸ ਥੀਸਿਸ ਕਰਨ ਤੋਂ ਬਾਅਦ ਉਹਨਾਂ ਨੂੰ ਉਪਾਧੀ ਮਿਲੀ ਸੀਗੀ ਡਾਕਟਰ ਦੀ, ਕਿਉਂਕਿ ਉਹਨਾਂ ਦੀ ਡਾਕਟਰੇਟ ਕੰਪਲੀਟ ਹੋਈ ਸੀਗੀ। ਉਹਨਾਂ ਦੀ ਇਕਨੋਮਿਕਸ ਦੇ ਵਿੱਚ ਉਹਨਾਂ ਨੇ PhD ਹਾਸਿਲ ਕੀਤੀ। ਕੋਲੰਬੀਆ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ PhD ਦੀ ਡਿਗਰੀ ਮਿਲੀ ਸੀਗੀ। ਥੀਸਿਸ ਨੰਬਰ 4 ਉਹਨਾਂ ਨੇ 1921 ਵਿੱਚ ਪ੍ਰੋਵਿੰਸ਼ੀਅਲ ਡੀਸੈਂਟਰਲਾਈਜੇਸ਼ਨ ਆਫ ਇੰਪੀਰੀਅਲ ਫਾਈਨੈਂਸ ਇਨ ਬ੍ਰਿਟਿਸ਼ ਇੰਡੀਆ ਵਿੱਚ ਲਿਖਿਆ ਸੀਗਾ। ਐਂਡ ਥੀਸਿਸ ਨੰਬਰ 5 ਉਹਨਾਂ ਨੇ 1922 ਵਿੱਚ ਲਿਖਣਾ ਸ਼ੁਰੂ ਕੀਤਾ ਸੀਗਾ। 1923 ਦੇ ਵਿੱਚ ਉਹਨਾਂ ਦਾ ਐਕਚੁਅਲੀ ਥੀਸਿਸ ਕੰਪਲੀਟ ਹੋਇਆ ਸੀਗਾ। ਥੀਸਿਸ ਸੀਗਾ ਦ ਪ੍ਰੋਬਲਮ ਆਫ ਰੂਪੀ, ਇਟਸ ਓਰੀਜਨਲ ਐਂਡ ਸੋਲੂਸ਼ਨ। ਆ ਜਿਹੜਾ ਥੀਸਿਸ ਸੀਗਾ ਬੱਚੇ, ਉਹਨਾਂ ਦਾ PhD ਤੋਂ ਬਾਅਦ ਇੱਕ ਡਿਗਰੀ ਹੁੰਦੀ ਜਿਹਨੂੰ ਆਪਾਂ ਪੋਸਟ ਡਾਕਟਰਲ ਕਹਿੰਦੇ ਆ। ਪੋਸਟ ਡਾਕਟਰਲ ਦੀ ਡਿਗਰੀ ਤੋਂ ਬਾਅਦ ਉਹਨਾਂ ਨੂੰ DSc ਇਕਨੋਮਿਕਸ ਦੀ ਡਿਗਰੀ ਮਿਲੀ ਸੀਗੀ। ਬਟ ਗੌਰ ਕਰਕੇ ਇੱਥੇ ਦੇਖਣਾ ਕਿ 1922 ਦੇ ਵਿੱਚ ਹੀ ਉਹਨਾਂ ਨੇ ਇੱਕ ਹੋਰ ਡਿਗਰੀ ਲਈ ਸੀਗੀ ਬਾਰ ਐਟ ਲਾਅ ਦੀ। ਗ੍ਰੇ ਇਨ ਕਾਲਜ ਲੰਡਨ ਨੇ ਉਹਨਾਂ ਨੂੰ ਪ੍ਰੋਵਾਈਡ ਕੀਤੀ ਸੀਗੀ। ਇਹ ਜਿਹੜੀ ਡਿਗਰੀ ਸੀਗੀ ਜਦੋਂ DSc ਦੀ ਪੜ੍ਹਾਈ ਕਰ ਰਹੇ ਸੀ, ਜਿਹੜਾ ਮੈਂ ਹੁਣੇ ਦੱਸਿਆ ਸੀਗਾ ਕਿ 5ਵਾਂ ਥੀਸਿਸ ਉਹਨਾਂ ਨੇ ਲਿਖਿਆ ਸੀਗਾ, ਉਹਦੇ ਨਾਲ ਉਹਨਾਂ ਨੇ ਬਾਰ ਐਟ ਲਾਅ ਦੀ ਡਿਗਰੀ ਪਾਰਟ ਟਾਈਮ ਕੀਤੀ ਸੀਗੀ। ਇਸ ਤੋਂ ਬਾਅਦ ਉਹ ਬੈਰਿਸਟਰ ਬਣ ਗਏ ਸੀਗੇ। ਇਸ ਤੋਂ ਇਲਾਵਾ ਹੋਰ ਵੀ ਉਹਨਾਂ ਕੋਲ ਬਹੁਤ ਸਾਰੀਆਂ ਡਿਗਰੀਜ਼ ਨੇ, ਜਿਵੇਂ 1952 ਦੇ ਵਿੱਚ ਉਹਨਾਂ ਕੋਲ LLD ਦੀ ਡਿਗਰੀ ਮਿਲੀ ਸੀਗੀ ਕੋਲੰਬੀਆ ਯੂਨੀਵਰਸਿਟੀ ਤੋਂ। 1953 ਦੇ ਵਿੱਚ ਡੀਲਿਟ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਉਹਨਾਂ ਕੋਲ ਸੀਗੀ ਉਸਮਾਨੀਆ ਯੂਨੀਵਰਸਿਟੀ ਹੈਦਰਾਬਾਦ ਤੋਂ। 2015 ਦੇ ਵਿੱਚ ਉਹਨਾਂ ਨੂੰ ਸਿੰਬਲ ਆਫ ਨੌਲੇਜ ਦੀ ਵੀ ਮਿਲੀ ਹੋਈ ਡਿਗਰੀ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਤੋਂ। ਸੋ ਕਰਕਸ ਦੇ ਵਿੱਚ ਦੇਖਿਆ ਜਾਵੇ ਤੇ ਬੱਚੇ ਉਹ ਕਿੰਨੇ ਐਜੂਕੇਟਿਡ ਸੀਗੇ। ਉਹਨਾਂ ਦੀਆਂ ਟੋਟਲ ਡਿਗਰੀਜ਼ ਨੂੰ ਜੋ ਮੈਂ ਇੱਕ ਸਲਾਈਡ ਦੇ ਵਿੱਚ ਲਿਖਾਂ ਤਾਂ ਕੀ ਸੀਗੇ? BA ਦੀ, MA ਦੀ, PhD, MSc, DSc, ਬਾਰ ਐਟ ਲਾਅ, LLD ਐਂਡ ਡੀਲਿਟ ਦੀ ਡਿਗਰੀਜ਼। ਬੱਚਿਓ, ਇਹ ਸਾਰੀਆਂ ਡਿਗਰੀਜ਼ ਹੋਰ ਵੀ ਬੜੇ ਸਾਰੇ ਲੋਕਾਂ ਨੇ ਲਈਆਂ ਨੇ, ਬਟ ਇੱਕ ਡਿਗਰੀ ਇਹੋ ਜਿਹੀ ਹੈਗੀ ਆ ਜਿਹੜੀ ਕਿ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਦੇਖੋ, 1923 ਦੇ ਵਿੱਚ ਡਾਕਟਰ ਆਫ ਸਾਇੰਸ ਇਕਨੋਮਿਕਸ ਦੀ ਉਹਨਾਂ ਨੇ ਡਿਗਰੀ ਲਈ ਸੀਗੀ। ਆਪਣਾ ਜਿਹੜਾ 5ਵਾਂ ਥੀਸਿਸ ਉਹਨਾਂ ਨੇ ਲਿਖਿਆ ਸੀਗਾ। ਤੇ ਨਾਟ ਅ ਸਿੰਗਲ ਇੰਡੀਅਨ ਇਜ਼ DSc ਇਨ ਇਕਨੋਮਿਕਸ। ਮਤਲਬ ਅੱਜ ਤੱਕ ਦੇਖੋ ਕਿੰਨੇ ਸਾਲ ਹੋ ਗਏ ਨੇ। ਜੇ ਆਪਾਂ 2021 ਦੀ ਗੱਲ ਕਰੇ ਤੇ 2 ਸਾਲ, ਮਤਲਬ 2 ਸਾਲ ਬਾਅਦ ਕਿੰਨੇ 100 ਸਾਲ ਹੋ ਜਾਣਗੇ। 100 ਸਾਲ ਦੇ ਵਿੱਚ ਇਹੋ ਜਿਹੀ ਡਿਗਰੀ ਕਰਨ ਵਾਲਾ ਕੋਈ ਵੀ ਇੰਡੀਅਨ ਨਹੀਂ ਹੈਗਾ। ਹਾਊ ਐਜੂਕੇਟਿਡ ਐਂਡ ਨੌਲੇਜੇਬਲ ਹੀ ਵਾਜ਼। ਸਟੱਡੀ ਤੋਂ ਇਲਾਵਾ ਡਾਕਟਰ BR ਅੰਬੇਡਕਰ ਨੇ ਸਾਡੇ ਇੰਡੀਆ ਦਾ ਕਨਸਟੀਟਿਊਸ਼ਨ ਵੀ ਫਰੇਮ ਕੀਤਾ ਸੀਗਾ। ਜਦੋਂ ਸਾਡਾ ਕਨਸਟੀਟਿਊਸ਼ਨ ਬਣਿਆ ਸੀਗਾ, ਉਹਦੀ ਜਿਹੜੀ ਡਰਾਫਟਿੰਗ ਕਮੇਟੀ ਸੀਗੀ ਉਸ ਦੇ BR ਅੰਬੇਡਕਰ ਚੇਅਰਮੈਨ ਰਹਿ ਚੁੱਕੇ ਨੇ। ਬੱਚਿਓ, ਡਾਕਟਰ BR ਅੰਬੇਡਕਰ ਕਹਿੰਦੇ ਸੀਗੇ ਕਿ ਵੀ ਦ ਪੀਪਲ ਮਸਟ ਬੀ ਐਜੂਕੇਟਿਡ, ਵੀ ਮਸਟ ਬੀ ਆਰਗੇਨਾਈਜ਼ਡ ਐਂਡ ਵੀ ਮਸਟ ਬੀ ਐਜੀਟੇਟਿਡ। ਇਹਦਾ ਮਤਲਬ ਆ ਸਾਨੂੰ ਹਮੇਸ਼ਾ ਹੀ ਪੜ੍ਹਦੇ ਰਹਿਣਾ ਚਾਹੀਏ।
ਚਾਹੀਦਾ। ਸਾਨੂੰ ਐਜੂਕੇਸ਼ਨ ਅਟੇਨ ਕਰਨੀ ਚਾਹੀਦੀ ਆ, ਸਾਨੂੰ ਔਰਗਨਾਈਜ਼ਡ ਰਹਿਣਾ ਚਾਹੀਦਾ। ਐਂਡ ਜੇ ਸਾਨੂੰ ਲੱਗਦਾ ਆ ਕਿ ਕੋਈ ਚੀਜ਼ ਗਲਤ ਹੋ ਰਹੀ ਹੈ ਤਾਂ ਸਾਨੂੰ ਉਹਦੇ ਖਿਲਾਫ ਆਵਾਜ਼ ਵੀ ਉਠਾਉਣੀ ਚਾਹੀਦੀ ਹੈ। ਅੱਜ ਦੀ ਜਨਰਲ ਨੌਲੇਜ ਵਿੱਚ ਇੰਨਾ ਹੀ। ਨੈਕਸਟ ਸੰਡੇ ਅਸੀਂ ਦੁਬਾਰਾ ਮਿਲਾਂਗੇ। ਓਕੇ ਬੱਚਿਓ।